तो अपने गुरु जी श्री नरेंद्र चंचल जी के आशीर्वाद से ये माँ रात भी तेरी है दिन भी तेरा है। हम क्या हैं, हमारी क्या हस्ती है, हम तो तेरी कठपुतलियां जैसे नचाती है वैसे नाचते हैं। जिंदगानी नाज दी कई चिर तो तेरे नाम है, दीदार शौक नजर में है दिल दीवाना है, खड़ा हजूर के सजदे में कुल जमाना है। ए नाज गीत तो गाने का एक बहाना है, हमें ए माता सिर्फ तुम्हें बुलाना है। खंडे खप्पर वाली माँ इना कर्म कमा, खंडे खप्पर वाली माँ ऐना कर्म कमा, बड़े बड़े राक्षस तू मारे, बड़े बड़े राक्षस तू मारे, करोना नू मगरों ला, खंडे खप्पर वाली माँ ऐना कर्म कमा। ਸਤਿ ਸ੍ਰੀ ਅਕਾਲ ਜੀ। ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਉਹ ਸਾਡੇ ਆਮ ਜਿਹੜੀ ਜ਼ਿੰਦਗੀ ਆ ਉਸ ਨਾਲ ਬਹੁਤ ਹੀ ਅਹਿਮ ਵਿਸ਼ੇ ਹੈ, ਸਾਡੀ ਆਮ ਜ਼ਿੰਦਗੀ ਨਾਲ ਬਹੁਤ ਹੀ ਖਾਸ ਮਹੱਤਵ ਰੱਖਦਾ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮਿਊਜ਼ਿਕ ਇੰਡਸਟਰੀ ਦੀ। ਜੇ ਗੱਲ ਕਰੀਏ ਆਪਾਂ ਜਗਰਾਤੇ ਤੇ ਕੀਰਤਨ ਸਮਾਗਮਾਂ ਦੀ, ਤੇ ਕਰੋਨਾ ਮਹਾਮਾਰੀ ਨੂੰ ਮੱਦੇਨਜ਼ਰ ਰੱਖਦੇ ਕੀਰਤਨ ਸਮਾਗਮਾਂ ਦੇ ਆਯੋਜਨ ਨਹੀਂ ਹੋ ਪਾਏ ਕਿ ਜਿਹੜੇ ਮਿਊਜ਼ਿਕ ਇੰਡਸਟਰੀ ਦੇ ਨਾਲ ਜੋ ਇਫੈਕਟ ਪਿਆ ਹੈ ਗਾਇਕਾਂ ਨੂੰ। ਤੇ ਸਾਡੇ ਨਾਲ ਜੁੜੇ ਨੇ ਇਸ ਵਕਤ ਗਾਇਕ ਰਮਨਨਾਥ ਜੀ, ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕੀ ਤਕਲੀਫਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਕੀ ਸਰਕਾਰ ਵੱਲੋਂ ਜਿਹੜੇ ਉਪਰਾਲੇ ਉਹਨਾਂ ਵੱਲੋਂ ਹਜੇ ਤੱਕ ਨਹੀਂ ਕੀਤੇ ਗਏ, ਉਸ ਵਿਸ਼ੇ ਬਾਰੇ ਉਹ ਕੀ ਕਹਿਣਾ ਚਾਹਣਗੇ। जय माता दी। मैं रमननाथ शीश नरेंद्र चंचल जी, मैं 10 साल ਦੀ 8 ਸਾਲ ਦੀ ਉਮਰ ਤੋਂ ਇਸ ਸੰਗੀਤ ਦੇ ਵਿੱਚ ਆ। ਮੈਂ ਸੰਗੀਤ ਗਾ ਰਿਹਾ। ਮੈਂ ਆਪਣੇ ਫਾਦਰ ਕੋਲੋਂ ਸਿੱਖਿਆ। ਮੇਰੇ ਫਾਦਰ ਰਾਮ ਪ੍ਰਕਾਸ਼ ਜੀ ਨਾਜ਼। ਉਸ ਤੋਂ ਬਾਅਦ ਮੈਂ ਪੰਡਤ ਓਮ ਪ੍ਰਕਾਸ਼ ਜੀ ਦਾ ਸ਼ਿਸ਼ ਬਣਿਆ, ਜਿਨ੍ਹਾਂ ਦੇ ਵਿੱਚ ਮੈਂ ਛੈਣੇ 'ਚ ਭੁਗਤਾਈ ਦੇ ਵਿੱਚ ਉਹਨਾਂ ਕੋਲੋਂ ਗਿਆਨ ਲਿੱਤਾ। ਉਸ ਤੋਂ ਬਾਅਦ ਮੈਂ 1985 ਦੇ ਵਿੱਚ ਜਾ ਕੇ ਆਪਣੇ ਗੁਰੂ ਸ਼੍ਰੀ ਨਰਿੰਦਰ ਚੰਚਲ ਜੀ ਦਾ ਮੈਂ ਸ਼ਿਸ਼ ਬਣਿਆ। ਤੇ ਯਾਨੀ ਕਿ ਮੈਂ ਨਰਿੰਦਰ ਚੰਚਲ ਜੀ ਦੇ ਨਾਲ 1965 ਤੋਂ ਸੀ, ਛੋਟੇ ਹੁੰਦਿਆਂ ਤੋਂ ਹੀ। ਮੈਂ ਆਪਣੀ ਸਾਰੀ ਲਾਈਫ ਜਿਹੜੀ ਹੈ ਮੈਂ ਆਪਣੇ ਗੁਰੂ ਜੀ ਦੇ ਨਾਲ ਕੱਟੀ ਹੈ। ਦੇਸ਼ਾਂ ਵਿਦੇਸ਼ਾਂ 'ਚ ਮੈਂ 22 ਸਾਲ ਉਹਨਾਂ ਦੇ ਨਾਲ ਪੂਰੀ ਦੁਨੀਆ ਘੁੰਮੀ। ਹਿੰਦੁਸਤਾਨ ਦਾ ਕੋਨਾ ਕੋਨਾ ਤੇ ਮੈਂ ਘੁੰਮਿਆ ਹੀ ਸੀ। ਉਸ ਤੋਂ ਬਾਅਦ ਅਮਰੀਕਾ, ਕੈਨੇਡਾ, ਲੰਡਨ, ਡੈਨਮਾਰਕ, ਸਵੀਡਨ, ਨਾਰਵੇ, ਦੁਬਈ, ਸਿੰਗਾਪੁਰ, ਨਿਊਜ਼ੀਲੈਂਡ। ਯਾਨੀ ਕਿ ਮੈਂ ਆਪਣੇ ਗੁਰੂ ਜੀ ਦੇ ਨਾਲ 22 ਸਾਲ ਪੂਰੀ ਦੁਨੀਆ ਘੁੰਮੀ ਹੈ, ਸਿਰਫ ਸੰਗੀਤ ਦੇ ਨਾਲ। ਮੇਰੇ ਗੁਰੂ ਜੀ ਦਾ ਸੰਗੀਤ ਦੁਨੀਆ ਸੁਣਦੀ ਸੀ, ਉਹਨਾਂ ਦੀਆਂ ਭੇਟਾਂ ਦੁਨੀਆ ਸੁਣਦੀ ਸੀ, ਅੱਜ ਵੀ ਸੁਣਦੀ ਹੈ, ਆਉਣ ਵਾਲੇ ਸਮੇਂ 'ਚ ਵੀ ਸੁਣਨਗੀ। ਉਹ ਇੱਕ ਐਸਾ ਕੰਮ ਕਰ ਗਏ ਹੋਏ ਨੇ ਸਾਡੇ ਲੋਕਾਂ ਵਾਸਤੇ, ਅਮਰ ਹੋ ਗਏ ਨੇ। ਚੰਚਲ ਯੁੱਗ ਬਣਾਇਆ ਉਹਨਾਂ ਨੇ, ਚੰਚਲ ਯੁੱਗ ਖਤਮ ਹੋ ਗਿਆ, ਲੇਕਿਨ ਜੁਗਾਂ ਜੁਗਾਂ ਤੱਕ ਉਹਨਾਂ ਦੀਆਂ ਭੇਟਾਂ ਗਾਈਆਂ ਜਾਣਗੀਆਂ, ਉਹਨਾਂ ਦੀਆਂ ਭੇਟਾਂ ਸੁਣੀਆਂ ਜਾਣਗੀਆਂ। ਤੇ ਨਾ ਕੋਈ ਉਹੋ ਜਿਹਾ ਕਲਾਕਾਰ ਪਹਿਲੇ ਸੀ, ਨਾ ਹੁਣ ਹੈ, ਤੇ ਨਾ ਕੋਈ ਅੱਗੋਂ ਆਏਗਾ ਐਸਾ ਕਲਾਕਾਰ। ਮਾਤਾ ਰਾਣੀ ਦੀ ਇੰਨੀ ਕੁ ਕਿਰਪਾ ਸੀ ਉਹਨਾਂ ਦੇ ਉੱਤੇ। ਉਹ ਜਿਸਲੇ ਗਾਉਂਦੇ ਸੀ ਤਾਂ ਲੋਕੀ ਸਮਝਦੇ ਸੀ ਕਿ ਨਰਿੰਦਰ ਚੰਚਲ ਜੀ ਦਾ ਗਲਾ ਬੰਦ ਹੈ, ਲੇਕਿਨ ਜਿਸਲੇ ਉਹ ਗਾਉਂਦੇ ਸੀ ਲੋਕੀ 2 ਘੰਟੇ ਬਾਅਦ ਥੱਕ ਜਾਂਦੇ ਸੀ, ਉਹ 2 ਘੰਟੇ ਬਾਅਦ ਗਾਣਾ ਸ਼ੁਰੂ ਕਰਦੇ ਸੀ। ਅਸੀਂ ਲੋਕੀ ਖੁਦ ਥੱਕ ਜਾਂਦੇ ਸਾਂ ਉਹਨਾਂ ਨਾਲ। ਮੇਰੇ ਗੁਰੂ ਜੀ ਨੇ 2020 'ਚ ਸਭ ਤੋਂ ਪਹਿਲੇ ਕੇਂਦਰ ਸਰਕਾਰ ਮੋਦੀ ਜੀ ਨੂੰ ਤੇ ਪੰਜਾਬ ਸਰਕਾਰ, ਸਟੇਟ ਸਰਕਾਰ ਨੂੰ ਬੜੀ ਫਰਿਆਦ ਕੀਤੀ ਸੀ ਆਪਣੇ ਕਲਾਕਾਰਾਂ ਦੇ ਬਾਰੇ, ਲੇਕਿਨ ਸਰਕਾਰ ਦੇ ਕੰਨਾਂ 'ਤੇ ਕੋਈ ਜੂੰ ਨਹੀਂ ਰਹਿੰਦੀ। ਉਸ ਤੋਂ ਬਾਅਦ ਬੜੇ ਕਲਾਕਾਰਾਂ ਨੇ
ਮੋਦੀ ਜੀ ਨੂੰ ਫਰਿਆਦ ਕੀਤੀ ਕਿ ਇਹਨਾਂ ਕਲਾਕਾਰਾਂ ਦੇ ਬਾਰੇ ਵੀ ਕੁਝ ਸੋਚੋ, ਜਿਹੜੇ ਛੋਟੇ ਛੋਟੇ ਕਲਾਕਾਰ ਹੈ। ਕੋਈ ਹਰ ਕਲਾਕਾਰ ਵੱਡਾ ਨਹੀਂ, ਵੱਡੀਆਂ ਪੇਮੈਂਟਾਂ ਲੈਣ ਵਾਲਾ ਨਹੀਂ, ਕਿਉਂਕਿ ਜਿਹੜੇ ਵੱਡੇ ਕਲਾਕਾਰ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਜਿਨ੍ਹਾਂ ਨੇ ਲੱਖਾਂ ਦੀਆਂ ਪੇਮੈਂਟਾਂ ਲਿੱਤੀਆਂ। ਇਹਦੇ 'ਚ ਉਹ ਵੀ ਕਲਾਕਾਰ ਹੈ ਜਿਹੜੇ ਕੋਈ 5000 ਲੈਂਦਾ, ਕੋਈ 8000 ਲੈਂਦਾ, ਕੋਈ 15000 ਲੈਂਦਾ, ਉਹਦੇ ਨਾਲ 10 12 15 ਬੰਦੇ ਉਹਦੇ 'ਚ ਹਿੱਸੇਦਾਰ ਨੇ। ਪਰ ਅੱਜ 1.25 ਸਾਲ ਹੋ ਗਿਆ, ਨਾ ਉਦੋਂ ਸੁਣਾਈ ਹੋਈ ਸੀ, ਤੇ ਉਸ ਤੋਂ ਬਾਅਦ ਕਈ ਕਲਾਕਾਰ ਛੋਟੇ ਛੋਟੇ ਵਿਚਾਰੇ ਆਪਣੀਆਂ ਫੈਮਲੀਆਂ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ। ਅੱਜ ਉਹਨਾਂ ਦੇ ਘਰਾਂ ਦੇ ਗੁਜ਼ਾਰੇ ਉਹਨਾਂ ਦੇ ਕੋਈ ਕਰਨ ਵਾਲਾ ਨਹੀਂ। ਜੇ ਸਰਕਾਰ ਅੱਗੇ ਕੋਈ ਫਰਿਆਦ ਕਰਦਾ ਹੈ, ਸਰਕਾਰ ਸੁਣਨ ਨੂੰ ਤਿਆਰ ਨਹੀਂ। ਸਰਕਾਰ ਕਿਹਦੀ ਸੁਣਦੀ ਹੈ? ਜਾਂ ਹਾਈ ਤਬਕੇ ਦੀ, ਜਿਹਦੇ ਕੋਲੋਂ ਸਰਕਾਰ ਨੂੰ ਫਾਇਦਾ ਹੈ, ਤੇ ਜਾਂ ਸਭ ਤੋਂ ਥੱਲੇ ਜਿਹੜਾ ਤਬਕਾ ਹੈ, ਜਿਹੜਾ ਰੋਡਾਂ ਦੇ ਉੱਤੇ ਵੀ ਆ ਜਾਂਦਾ ਹੈ, ਸਬਜ਼ੀਆਂ ਵੇਚ ਲੈਂਦਾ, ਜਾਂ ਜਿਹੜੇ ਫੜੀਆਂ ਲਾ ਲੈਂਦੇ ਨੇ, ਮੁਜ਼ਾਹਰੇ ਕਰ ਲੈਂਦੇ ਨੇ, ਸਰਕਾਰ ਉਹਨਾਂ ਕੋਲੋਂ ਡਰਦੀ ਹੈ। ਜਿਹੜਾ ਮੀਡੀਅਮ ਤਬਕਾ ਹੈ ਉਹਨਾਂ ਦੀ ਕੋਈ ਸੁਣਾਈ ਨਹੀਂ, ਚਾਹੇ ਕੋਈ ਕਲਾਕਾਰ ਹੈ, ਚਾਹੇ ਕੋਈ ਸਿੰਗਰ ਹੈ, ਚਾਹੇ ਕੋਈ ਸਾਊਂਡ ਵਾਲਾ ਹੈ, ਚਾਹੇ ਕੋਈ ਭਵਨ ਵਾਲਾ ਹੈ, ਚਾਹੇ ਕੋਈ ਹਲਵਾਈ ਹੈ, ਚਾਹੇ ਕੋਈ ਵੇਟਰ ਹੈ, ਚਾਹੇ ਕੋਈ ਡੀਜੇ ਵਾਲਾ। ਤੇ ਮੈਂ ਮੋਦੀ ਸਾਹਿਬ ਦੇ ਅੱਗੇ ਆਪਣੇ ਇਹਨਾਂ ਕਲਾਕਾਰਾਂ ਭਾਈਆਂ ਵਾਸਤੇ ਫਰਿਆਦ ਲੈ ਕੇ ਆਇਆ ਕਿ ਇਹਨਾਂ ਲੋਕਾਂ ਦੀ ਸੁਣਾਈ ਕਰੋ, ਇਹਨਾਂ ਵਾਸਤੇ ਵੀ ਕੋਈ ਪੈਕੇਜ ਦਿਓ। ਕਿਉਂ ਕਿ ਅਸੀਂ ਲੋਕਾਂ ਨੇ ਵੀ ਤੁਹਾਨੂੰ ਵੋਟ ਦਿੱਤੇ ਆ। ਕੀ ਅਸੀਂ ਤੁਹਾਡੇ ਦੇਸ਼ ਦੇ ਇਨਸਾਨ ਨਹੀਂ? ਸਾਡੀ ਕਿਉਂ ਨਹੀਂ ਸੁਣਾਈ ਹੁੰਦੀ ਪਈ? ਸਾਡੇ ਵਾਸਤੇ ਕਿਉਂ ਨਹੀਂ ਤੁਹਾਡੇ ਕੋਲ ਕੋਈ ਪੈਕੇਜ ਹੈਗਾ ਕਲਾਕਾਰਾਂ ਵਾਸਤੇ? ਠੀਕ ਹੈ, ਕਰੋਨਾ ਆਇਆ ਹੈ, ਬਿਮਾਰੀ ਆਈ ਹੈ, ਜੇ ਤੁਸੀਂ ਬਾਕੀਆਂ ਦੇ ਕੰਮ ਖੋਲ੍ਹੇ ਹੈ ਤਾਂ ਕੁਝ ਕਲਾਕਾਰਾਂ ਨੂੰ ਵੀ ਕੋਈ ਥੋੜ੍ਹੀ ਸਹੂਲਤ ਦਿਓ, ਜਿਹਦੇ ਨਾਲ ਉਹ ਆਪਣੇ ਪਰਿਵਾਰਾਂ ਦਾ ਖਰਚਾ ਤੇ ਕੁਝ ਕਰ ਸਕਣ। ਜੇ ਤੁਸੀਂ ਕਿਸੇ ਨੂੰ 20 ਬੰਦਿਆਂ ਦੀ ਪਰਮਿਸ਼ਨ ਦਿੱਤੀ ਹੈ, ਕਿਸੇ ਨੂੰ 10 ਬੰਦਿਆਂ ਦੀ ਦਿੱਤੀ ਹੈ, ਤਾਂ ਕੁਝ ਕਲਾਕਾਰਾਂ ਨੂੰ ਵੀ ਕਹੋ ਕਿ ਬਈ ਤੁਸੀਂ ਛੋਟੇ ਦਾਇਰੇ ਦੇ ਪ੍ਰੋਗਰਾਮ ਘਰ ਦੇ ਅੰਦਰ ਕਰ ਸਕਦੇ ਹੋ, ਜਿਹਦੇ ਵਿੱਚ 25-30 ਬੰਦਿਆਂ ਦੀ ਪਰਮਿਸ਼ਨ ਦੇ ਦਿਓ, ਤਾਂ ਕਿ ਉਹਨਾਂ ਦੇ ਘਰ ਦੇ, ਉਹਨਾਂ ਦੇ ਬੱਚਿਆਂ ਦਾ, ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕੇ। ਇੱਕ ਸਰ, ਜਿਸ ਤਰ੍ਹਾਂ ਤੁਹਾਡੇ ਨਾਲ ਜਿਹੜੇ ਸਾਥੀ ਨੇ ਜਾਂ ਜਿਹੜੇ ਵੀ ਕੋਰਸ ਜਿਹੜੇ ਮਿਊਜ਼ੀਸ਼ੀਅਨ ਨਾਲ ਤੁਹਾਡੇ ਨਾਲ ਕੰਮ ਕਰਦੇ ਨੇ, ਇਸ ਮਹਾਮਾਰੀ ਦੇ ਦੌਰਾਨ ਉਹਨਾਂ ਤੇ ਵੀ ਕਾਫੀ ਇਫੈਕਟ ਪਿਆ ਹੋਏਗਾ, ਤੇ ਉਹ ਆਪਣੀ ਆਈ ਚਲਾਈ ਜਿਸ ਤਰ੍ਹਾਂ ਗੁਜ਼ਾਰਾ ਕਿਸ ਤਰ੍ਹਾਂ ਕਰ ਰਹੇ, ਆਪਣਾ ਘਰ ਪਰਿਵਾਰ ਕਿਸ ਤਰ੍ਹਾਂ ਚਲਾ ਰਹੇ ਨੇ ਇਸ ਮਾਹੌਲ ਦੇ ਦੌਰਾਨ? ਦੇਖੋ ਜੀ, ਸਾਡੇ ਨਾਲ ਕੋਰਸ ਵਾਲੇ ਵੀ ਹੈ, ਸਾਡੇ ਨਾਲ ਮਿਊਜ਼ੀਸ਼ੀਅਨ ਵੀ ਹੈ, ਸਾਊਂਡ ਵਾਲੇ ਵੀ ਹੈ, ਭਵਨ ਵਾਲੇ ਵੀ ਹੈ। ਯਾਨੀ ਕਿ ਇੱਕ ਆਰਟਿਸਟ ਦੇ ਨਾਲ ਬਹੁਤ ਫੈਮਲੀਆਂ ਜੁੜੀਆਂ ਹੁੰਦੀਆਂ ਨੇ। ਇੱਕ ਅਸੀਂ ਅਗਰ ਪ੍ਰੋਗਰਾਮ ਕਰਨੇ ਆ ਨਾ, ਉਹਦੇ ਨਾਲ ਕਈ ਪਰਿਵਾਰ ਪਲਦੇ ਆ। ਇਹ ਜਦੋਂ ਦਾ ਇਹ ਕੰਮ ਬੰਦ ਹੋਇਆ ਹੈ ਕਰੋਨਾ ਦੇ ਕਾਰਨ, ਸਾਡੇ ਲੋਕਾਂ ਨੂੰ ਸਰਕਾਰ ਨੇ ਕੁਝ ਨਹੀਂ ਦਿੱਤਾ। ਅਸੀਂ ਜਿੰਨੀ ਕੁ ਆਪਣੇ ਕਲਾਕਾਰਾਂ ਦੀ, ਜਿਹੜੇ ਸਾਡੇ ਨਾਲ ਚੱਲਦੇ ਸੀ, ਜਿੰਨੀ ਕਿ ਅਸੀਂ ਉਹਨਾਂ ਦੀ ਮਦਦ ਕਰ ਸਕਨੇ ਸਾਂ, ਉਨੀ ਅਸੀਂ ਕੀਤੀ। ਹੁਣ ਸਾਡੇ ਲੋਕਾਂ ਕੋਲ ਖੁਦ ਕੰਮ ਨਹੀਂ ਹੈਗਾ, ਤੇ ਜੇ ਸਾਡੇ ਕੋਲ ਕੰਮ ਨਹੀਂ ਹੈਗਾ ਤੇ ਉਹਨਾਂ ਕੋਲ ਵੀ ਕੰਮ ਨਹੀਂ ਹੈਗਾ। ਉਹ ਵੀ ਵਿਚਾਰੇ ਬੇਕਾਰ ਬੈਠੇ ਆ, ਅਸੀਂ ਵੀ ਬੇਕਾਰ ਬੈਠੇ ਆ। ਉਹਨਾਂ ਦੇ ਵਾਸਤੇ ਤੇ ਪਰਿਵਾਰ ਚਲਾਉਣਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ। ਉਹਨਾਂ ਦਾ ਕੋਲ ਹੋਰ ਕੋਈ ਕੰਮ ਨਹੀਂ। ਜਿਸ ਤਰ੍ਹਾਂ ਸਾਡੇ ਕੋਲ ਸੰਗੀਤ ਦਾ ਕੰਮ ਹੈ, ਕੋਈ ਜਾਗਰਣ ਆ ਗਿਆ, ਕੋਈ ਚੌਂਕੀ ਆ ਗਈ, ਤੇ ਅਸੀਂ ਜਾਗਰਣ ਚੌਂਕੀ ਕੀਤਾ ਤੇ ਆਪਣਾ ਪਰਿਵਾਰ ਪਾਲ ਲਿਆ। ਇਸੇ ਤਰ੍ਹਾਂ ਹੀ ਉਹ ਸਾਡੇ ਨਾਲ ਕੰਮ ਕਰਕੇ ਸਾਡੇ ਕੋਲੋਂ ਪੇਮੈਂਟ ਲੈਂਦੇ ਸੀ ਤੇ ਆਪਣੇ ਘਰ ਦਾ ਖਰਚਾ ਚਲਾਉਂਦੇ ਸੀ। ਉਹਦੇ ਨਾਲ ਜੇ ਸਾਡੇ ਕੋਲ ਕੰਮ ਨਹੀਂ ਤੇ ਉਹਨਾਂ ਕੋਲ ਵੀ ਕੰਮ ਨਹੀਂ। ਰੋਜ਼ ਕਮਾਣਾ, ਰੋਜ਼ ਖਾਣਾ, ਤੇ ਉਹ ਕਮਾਈ ਦਾ ਸਾਧਨ ਹੀ ਕੋਈ ਨਹੀਂ ਰਹਿ ਗਿਆ, ਤੇ ਉਹਨਾਂ ਵਿਚਾਰਿਆਂ ਦਾ ਵੀ ਤੇ ਬਹੁਤ ਹੀ ਮਾੜਾ ਹਾਲ ਹੈ। ਉਹ ਐਸੇ ਹੀ ਪੋਜੀਸ਼ਨ ਦੇ ਕਲਾਕਾਰ ਹੈ ਕਿ ਨਾ ਤੇ ਉਹ ਸਬਜ਼ੀ ਵੇਚ ਸਕਦੇ ਆ, ਨਾ ਉਹ ਫੜੀ ਲਾ ਸਕਦੇ ਆ, ਨਾ ਉਹ ਕਿਸੇ ਕੋਲੋਂ ਮੰਗ ਸਕਦੇ ਆ। ਇਸ ਕਰਕੇ ਕਿ ਹਰ ਇਨਸਾਨ ਵਾਸਤੇ ਇਸ ਵੇਲੇ ਬਹੁਤ ਮੁਸ਼ਕਲ ਹੋ ਚੁੱਕੀ ਹੈ। ਜੇ ਅਗਰ ਫਰਕ ਨਹੀਂ ਹੈਗਾ, ਜਾਂ ਹਾਈ ਕਲਾਸ ਨੂੰ ਨਹੀਂ ਹੈ, ਤੇ ਜਾਂ ਸਭ ਤੋਂ ਛੋਟੇ ਤਬਕੇ ਨੂੰ ਨਹੀਂ। ਹਿੰਦੁਸਤਾਨ ਦੇ ਵਿੱਚ ਲੱਖਾਂ ਸਿੰਗਰ ਹੈ, ਤੇ ਪਤਾ ਨਹੀਂ ਲੱਖਾਂ ਮਿਊਜ਼ੀਸ਼ੀਅਨ ਹੈ। ਹਰ ਕਲਾਕਾਰ ਦੇ ਨਾਲ ਕੋਰਸ ਵਾਲੇ ਵੀ ਹੈ ਜੁੜੇ ਹੋਏ, ਸਾਊਂਡ ਵਾਲੇ ਵੀ ਜੁੜੇ ਹੈ, ਭਵਨ ਵਾਲੇ ਵੀ ਜੁੜੇ ਦੇ ਹੈ।
ਕਿ ਹਰ ਇੱਕ ਪਰਿਵਾਰ ਬਣਿਆ ਹੁੰਦਾ ਸਾਡੇ ਲੋਕਾਂ ਦਾ। ਅਗਰ ਅਸੀਂ ਜਾਗਰਣ ਚੌਂਕੀ ਕਰਦੇ ਆ ਤਾਂ ਸਾਡੇ ਨਾਲ ਮੇਰੇ ਨਾਲ ਹੀ 14 ਕਲਾਕਾਰ ਚੱਲਦੇ ਆ। ਆਰਟਿਸਟ ਵੀ ਉਹ 'ਚ ਹੁੰਦਾ ਹੈ, ਕੋਈ ਮੇਰੇ ਨਾਲ ਕੋਈ ਸਹਾਇਕ ਹੁੰਦਾ ਹੈ, ਦੂਜਾ ਕੋਰਸ ਵਾਲੇ ਹੈ, ਮਜੀਸ਼ੀਅਨ ਹੈ। ਇਹ ਸਾਡਾ ਇੱਕ ਪਰਿਵਾਰ ਬਣਿਆ ਹੁੰਦਾ ਜਿਹੜਾ ਅਸੀਂ ਜਿਸਲੇ ਕਿਧਰੇ ਜਾਗਾ ਕਰਨ ਜਾਂਦੇ ਹਾਂ ਜਾਂ ਚੌਂਕੀ ਕਰਨ ਜਾਂਦੇ ਹਾਂ। ਚਾਹੇ ਉਹਦੇ 'ਚ ਸਾਊਂਡ ਵਾਲੇ ਨੂੰ ਲੈ ਲਓ, ਉਹ ਵੀ ਸਾਡੇ ਪਰਿਵਾਰ ਦਾ ਬੰਦਾ। ਭਵਨ ਵਾਲਾ ਜੇ ਅਸੀਂ ਭਵਨ ਲਵਾਉਂਦੇ ਉਹ ਵੀ ਸਾਡੇ ਪਰਿਵਾਰ ਦਾ ਬੰਦਾ। ਉਹਦੇ ਨਾਲ ਵੀ ਅਗਰ ਭਵਨ ਲੈ ਕੇ ਆਂਦਾ 4 ਬੰਦੇ ਹੁੰਦੇ ਆ। ਸਾਊਂਡ ਵਾਲਾ ਆਂਦਾ ਉਹਦੇ ਨਾਲ ਵੀ 3-4 ਬੰਦੇ ਹੁੰਦੇ ਆ। ਅਗਰ ਉਹ ਸਾਊਂਡ ਜਿੱਥੇ ਲਿਆਂਦਾ ਉਹਦੇ 'ਚ ਕੋਈ 3 ਵੀਲਰ 'ਚ ਲਿਆਂਦਾ ਜਾਂ ਆਪਣੀ ਗੱਡੀ 'ਚ ਲਿਆਂਦਾ, ਉਹ ਵੀ ਤੇ ਆਖਰ ਡਰਾਈਵਰ ਹੈ, ਉਹ ਵੀ ਸਾਡੇ ਪਰਿਵਾਰ ਦਾ ਸਦੱਸਿਆ ਹੈ। ਤੇ ਯਾਨੀ ਕਿ ਇਹ ਸੋਚੋ ਕਿ ਅਗਰ ਇੱਕ ਪਾਰਟੀ ਜਾਗਰਣ ਕਰਦੀ ਹੈ ਜਾਂ ਚੌਂਕੀ ਕਰਦੀ ਹੈ, ਉਹਦੇ ਨਾਲ ਉਹ ਇੱਕ ਪਰਿਵਾਰ ਕਿੱਡਾ ਵੱਡਾ ਹੈ, ਕਿੰਨੇ ਕਲਾਕਾਰ ਉਹਦੇ ਨਾਲ ਜੁੜੇ ਹੋਏ ਨੇ। ਉਸ ਕਲਾਕਾਰ ਦਾ ਪਰਿਵਾਰ ਕਿਸੇ ਦੇ 5 ਜੀ ਹੈ, ਕਿਸੇ ਦੇ 8 ਜੀ ਹੈ, ਕਿਸੇ ਦੇ 10 ਜੀ ਹੈ। ਉਹ ਇੱਕ ਪੇਮੈਂਟ ਲੈ ਕੇ ਤੇ 10 ਬੰਦਿਆਂ ਨੂੰ ਆਪਣੇ ਪਰਿਵਾਰ 'ਚ ਪਾਲਦਾ। ਆਪਣੀ ਸਟੇਟ ਦੀ ਸਰਕਾਰ ਅੱਗੇ ਹੱਥ ਜੋੜਾਂਗਾ ਕੈਪਟਨ ਸਾਹਿਬ ਦੇ ਅੱਗੇ ਕਿ ਕੈਪਟਨ ਸਾਹਿਬ ਤੁਸੀਂ ਸਭ ਦਾ ਕੁਛ ਨਾ ਕੁਛ ਸੋਚਿਆ ਵਾ ਤੇ ਇਹਨਾਂ ਗਰੀਬ ਕਲਾਕਾਰਾਂ ਦੇ ਬਾਰੇ ਵੀ ਕੁਛ ਸੋਚੋ। ਪੋਜੀਸ਼ਨ ਖਰਾਬ ਹੈ ਤੇ ਅਗਰ ਤੁਸੀਂ ਇਹਨਾਂ ਨਾਲ ਧਿਆਨ ਨਹੀਂ ਦਿਓਗੇ ਤੇ ਫਿਰ ਪਤਾ ਨਹੀਂ ਇਹ ਅੱਗੇ ਕਈ ਚਲੇ ਗਏ ਕਲਾਕਾਰ ਵਿਚਾਰੇ ਦੁਖੀ ਹੋ ਕੇ ਤੇ ਇਹਨਾਂ 'ਚੋਂ ਹੋਰ ਪਤਾ ਨਹੀਂ ਕੌਣ ਸਾਡੇ ਸਾਥੀ ਚਲੇ ਜਾਣ ਤੇ ਉਹ ਨੌਬਤ ਨਾ ਹੀ ਆਵੇ। ਇਹ ਨਾਲੋਂ ਚੰਗਾ ਇਹਨਾਂ ਨੂੰ ਕੋਈ ਪੈਕੇਜ ਦਿੱਤਾ ਜਾਵੇ ਕਲਾਕਾਰਾਂ ਨੂੰ। ਮੈਂ ਮੋਦੀ ਸਾਹਿਬ ਦੇ ਅੱਗੇ ਵੀ ਪ੍ਰਾਰਥਨਾ ਕਰਾਂਗਾ, ਬੇਨਤੀ ਕਰਾਂਗਾ ਕਿ ਮੈਂ ਰਮਨ ਨਾਜ ਨਰਿੰਦਰ ਚੰਚਲ ਜੀ ਦਾ ਸ਼ਿਸ਼ ਕਿ ਮੋਦੀ ਸਾਹਿਬ ਇਹਨਾਂ ਕਲਾਕਾਰਾਂ ਦੇ ਬਾਰੇ ਜ਼ਰੂਰ ਸੋਚੋ, ਜ਼ਰੂਰ ਸੋਚੋ, ਜ਼ਰੂਰ ਸੋਚੋ। ਤੇ ਜੇ ਅਸੀਂ ਗੱਲ ਕਰੀਏ ਸੰਗੀਤ ਜਿਹੜੀ ਮਿਊਜ਼ਿਕ ਇੰਡਸਟਰੀ ਹੈ, ਉਹ ਸਾਡੇ ਜੀਵਨ ਨਾਲ ਸੰਗੀਤ ਤੇ ਕਾਫੀ ਵਾਰ ਮਤਲਬ ਉਮਰਾਂ ਤੋਂ ਜੁੜਿਆ ਹੈ। ਤੇ ਮੌਜੂਦਾ ਦੌਰ ਦੇ ਵਿੱਚ ਸੰਗੀਤ ਸਾਡੀ ਜ਼ਿੰਦਗੀ ਦੇ ਵਿੱਚ ਕੀ ਅਹਿਮੀਅਤ ਰੱਖਦਾ ਹੈ, ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਸੰਗੀਤ ਜਿਹੜਾ ਵਾ ਇਹ ਇੱਕ ਸਾਡੇ ਲਾਈਫ ਦਾ ਹਿੱਸਾ ਹੈ। ਸੰਗੀਤ ਦੇ ਨਾਲ ਕਈ ਦੁੱਖ ਤਕਲੀਫ ਬਿਮਾਰੀਆਂ ਦੂਰ ਹੁੰਦੀਆਂ। ਅਸੀਂ ਲੋਕੀ ਸ਼ਾਸਤਰੀय ਸੰਗੀਤ ਜਾਂ ਫਿਲਮੀ ਸੰਗੀਤ ਹੈ ਸੰਗੀਤ ਹੀ ਹੈ, ਲਾਈਟ ਮਿਊਜ਼ੀਕਲ ਕੁਛ ਵੀ ਕਹ ਲਓ ਕਿ ਯਾਨੀ ਇੱਕ ਸੰਗੀਤ ਸਾਡੇ ਵਾਸਤੇ ਸਭ ਤੋਂ ਵੱਡੀ ਦਵਾਈ ਹੈ ਬਿਮਾਰੀ ਦੀ। ਜਿਸ ਲਈ ਇਨਸਾਨ ਪਰੇਸ਼ਾਨ ਹੋ ਜਾਵੇ ਅਗਰ ਸੰਗੀਤ ਸੁਣ ਲਵੇ ਤੇ ਉਹਦੀਆਂ ਸਭ ਤਕਲੀਫਾਂ ਦੂਰ ਹੋ ਜਾਂਦੀਆਂ। ਸੰਗੀਤ ਇਹ ਰਿਸ਼ੀਆਂ ਮੁਨੀਆਂ ਦੀ ਦੇਣ ਹੈ। ਇਸ ਕਰਕੇ ਸੰਗੀਤ ਇੱਕ ਸਾਡੇ ਵਾਸਤੇ ਸਭ ਤੋਂ ਵੱਡੀ ਦੁਆ ਹੈ, ਸੰਗੀਤਕਾਰਾਂ ਵਾਸਤੇ, ਲੋਕਾਂ ਵਾਸਤੇ ਜਿਹੜੇ ਸੰਗੀਤ ਸੁਣਦੇ ਆ, ਜਿਹੜੇ ਸੰਗੀਤ ਗਾਉਂਦੇ ਆ। ਇਹ ਇੱਕ ਸਾਨੂੰ ਸਭ ਤੋਂ ਵੱਡੀ ਦੁਆ ਸਾਨੂੰ ਸਾਡੇ ਉਸ ਈਸ਼ਟ ਨੇ, ਸਾਡੀ ਉਸ ਮਹਾਰਾਣੀ ਨੇ, ਉਸ ਮਾਂ ਸਰਸਵਤੀ ਦੀ ਦੇਣ ਹੈ ਸਾਡੇ ਅੰਦਰ। ਜੋ ਅਸੀਂ ਗਾਉਂਦੇ ਆ ਲੋਕੀ ਉਹਨੂੰ ਸੁਣ ਕੇ ਖੁਸ਼ ਹੁੰਦੇ ਆ। ਉਹਦੇ ਨਾਲ ਕਈਆਂ ਦੇ ਰੋਗ ਕੱਟੇ ਜਾਂਦੇ ਸੰਗੀਤ ਦੇ ਨਾਲ। ਜਿਹੜਾ ਰੋਗ ਦਵਾਈ ਨਾਲ ਨਹੀਂ ਕੱਟਿਆ ਜਾਂਦਾ, ਸੰਗੀਤ ਨਾਲ ਕੱਟਿਆ ਜਾਂਦਾ। ਇਹ ਸਭ ਤੋਂ ਵੱਡੀ ਦੁਆ ਸੰਗੀਤ ਹੈ। ਇਸ ਕਰਕੇ ਅਸੀਂ ਲੋਕੀ ਕਲਾਕਾਰ ਸਭ ਵੇਲੇ ਬੈਠੇ ਹੋਏ ਆ, ਕੋਈ ਕੰਮ ਨਹੀਂ, ਕੋਈ ਕਾਰ ਨਹੀਂ, ਸਾਰਾ ਦਿਨ ਜਾਂ ਟੀਵੀ ਦੇਖ ਲਿਆ ਜਾਂ ਨਿਊਜ਼ ਸੁਣ ਲਈ ਜਾਂ ਸੰਗੀਤ ਸੁਣ ਲਿਆ, ਉਹਦੇ ਨਾਲ ਅਸੀਂ ਟਾਈਮ ਪਾਸ ਕਰਨੇ ਪਏ ਆ। ਤੇ ਬਾਕੀ ਸੰਗੀਤ ਜੋ ਹੈ, ਸੰਗੀਤ ਇੱਕ ਬਹੁਤ ਅੱਛੀ ਦਵਾਈ ਹੈ ਸਾਡੇ ਲੋਕਾਂ ਵਾਸਤੇ, ਸਾਡੇ ਰੂਹ ਹੈ ਸੰਗੀਤ। ਬਾਕੀ ਸੰਗੀਤ ਜਿਹੜਾ ਵਾ ਇਹ ਇੱਕ ਸਭ ਤੋਂ ਵੱਡੀ ਖੁਰਾਕ ਸਾਡੇ ਲੋਕਾਂ ਦੀ, ਸਾਡੀ ਜਾਨ, ਸਾਡੇ ਪ੍ਰਾਣ ਜੋ ਹੈ ਉਹ ਸੰਗੀਤ ਹੈ। ਰਮਨਨਾਥ ਜੀ, ਜਿਸ ਤਰ੍ਹਾਂ ਕਿ ਨਰਿੰਦਰ ਚੰਚਲ ਜੀ ਦੁਆਰਾ ਪਿਛਲੇ ਸਾਲ ਵੀ ਉਹਨਾਂ ਵੱਲੋਂ ਵੀ ਇੱਕ ਅਰਦਾਸ ਕੀਤੀ ਗਈ ਸੀ, ਇੱਕ ਭੇਟ ਉਹਨਾਂ ਨੇ ਗਾਈ ਸੀ, ਤੇ ਹੁਣ ਉਸ ਤਰ੍ਹਾਂ ਤੁਸੀਂ ਵੀ ਕੁਝ ਅਗਰ ਕੁਝ ਆਪਣੀ ਪੰਕਤੀਆਂ, ਕੁਝ ਬੋਲ, ਕੁਝ ਅਰਦਾਸ ਸਮਾਜ ਦੇ ਹਿੱਤ ਲਈ ਕੁਝ ਲਿਖਿਆ ਤੇ 2 ਪੰਕਤੀਆਂ ਸਾਡੇ ਦਰਸ਼ਕਾਂ ਨੂੰ ਸੁਣਾਓਗੇ? ਹਾਂਜੀ, ਮੇਰੇ ਗੁਰੂ ਜੀ ਨੇ ਗਾਇਆ ਸੀ, ਡੇਂਗੂ ਵੀ ਆਇਆ, ਮਲੇਰੀਆ ਵੀ ਆਇਆ, ਚਿਕਨਗੁਨੀਆ ਨੇ ਸ਼ੋਰ ਮਚਾਇਆ, ਕਿੱਥੋਂ ਆਇਆ ਕਰੋਨਾ। ਤੋ ਉਹ ਮੇਰੇ ਗੁਰੂ ਜੀ ਨੇ ਗਾਇਆ ਸੀ, ਉਹਨਾਂ ਨੇ ਸਟੇਜਾਂ 'ਤੇ ਵੀ ਗਾਇਆ, ਲੋਕਾਂ ਨੇ ਬਹੁਤ ਪਸੰਦ ਕੀਤਾ ਉਸ ਦੌਰ 'ਚ। ਤੇ ਮੈਂ
ਮਾਂ ਕਾਲਕਾ ਖੰਡੇ ਵਾਲੀ ਖੱਪੜ ਵਾਲੀ, ਉਹਦੇ ਅੱਗੇ ਇੱਕ ਫਰਿਆਦ ਕੀਤੀ ਹੈ, ਬੇਨਤੀ ਕੀਤੀ ਹੈ ਕਰੋਨਾ ਦੇ ਬਾਰੇ। ਕਿਉਂ ਕਿ ਇਹਨਾਂ ਰਾਖਸ਼ਾਂ ਨੂੰ ਜਿਹੜਾ ਮਾਰਿਆ ਹੈ ਉਸ ਮਾਂ ਕਾਲੀ ਨੇ, ਖੰਡੇ ਵਾਲੀ ਨੇ, ਖੱਪੜ ਵਾਲੀ ਨੇ, ਉਹਨੇ ਹੀ ਇਹਨਾਂ ਦਾ ਨਾਸ਼ ਕੀਤਾ ਜਦੋਂ ਦੇਵਤਿਆਂ ਦੇ ਉੱਤੇ ਭੀੜ ਬਣੀ। ਤੇ ਹੁਣ ਵੀ ਜਿਹੜੀ ਹੈ ਸ੍ਰਿਸ਼ਟੀ ਦੇ ਉੱਤੇ ਜਿਹੜੀ ਭੀੜ ਬਣੀ ਦੀ ਹੈ, ਇਹ ਕਰੋਨਾ ਨਾਮ ਦਾ ਇੱਕ ਰਾਖਸ਼ ਨਵਾਂ ਪੈਦਾ ਹੋ ਗਿਆ। ਤੇ ਮੈਂ ਮਾਂ ਕਾਲੀ, ਭੱਦਰ ਕਾਲੀ ਮਹਾਰਾਣੀ ਦੇ ਅੱਗੇ ਕੁਝ ਲਾਈਨਾਂ ਲਿਖੀਆਂ ਨੇ ਤੇ ਲਿਖ ਰਹਾ, ਬਾਕੀ ਹਾਲੇ ਕੰਪਲੀਟ ਨਹੀਂ ਮੈਂ ਕੀਤਾ ਇਹਨੂੰ। ਤੇ ਮੈਂ ਉਹ ਤੁਹਾਡੇ ਭਾਰਤ ਪੰਜਾਬ ਨਿਊਜ਼ ਵਾਲਿਆਂ ਦੇ ਥਰੂ ਤੁਹਾਡੇ ਤੱਕ ਪਹੁੰਚਾ ਰਿਹਾ। ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝ ਕੇ ਮੇਰਾ ਇੰਟਰਵਿਊ ਲਿੱਤਾ। ਤਾਂ ਮੈਂ ਮਾਂ ਕਾਲਕਾ ਦੇ ਅੱਗੇ ਫਰਿਆਦ ਹੈ ਕੋਈ ਕਰਨਾ, ਤੇ ਮੈਂ ਚਾਹ ਲੈਣਾ ਤੁਹਾਨੂੰ ਆਪਣੇ ਕੰਠ ਦੇ ਵਿੱਚੋਂ ਗੁਣਗੁਣਾ ਕੇ ਤੁਹਾਡੇ ਤੱਕ ਪਹੁੰਚਾਉਣਾ ਕਿ ਮਾਂ ਜਲਦੀ ਸੁਣਾਈ ਕਰ, ਦੁਨੀਆ ਤੇ ਠੰਡ ਪਾ, ਕਿ ਦੁਨੀਆ ਦੇ ਕਾਰੋਬਾਰ ਉਸੇ ਤਰ੍ਹਾਂ ਹੀ ਚੱਲਣ ਜਿਸ ਤਰ੍ਹਾਂ ਪਹਿਲੇ ਚੱਲਦੇ ਸੀ। ਖੰਡੇ ਖੱਪਰ ਵਾਲੀ ਮਾਂ ਇੰਨਾ ਕਰਮ ਕਮਾ, ਖੰਡੇ ਖੱਪਰ ਵਾਲੀ ਮਾਂ ਇੰਨਾ ਕਰਮ ਕਮਾ, बड़े बड़े राक्षस तू मारे, बड़े बड़े राक्षस तू मारे, करोना नू मगरों ला, खंडे खप्पर वाली मां ऐना कर्म कमा, रक्त बीज मधु कैटव मारे, मैं खासुर संग सारे बारे, रक्त बीज मधु कैटव बारे, मैं खासुर संग सारे मारे, भीड़ परी जब जब भगतों पर, भीड़ बड़ी जब जब भगतों पर, दिया खंडा चला, खंडे खप्पर वाली माँ इन्ना कर्म कमा, बड़े बड़े राक्षस तुम्हारे करोना नू मगरों ला, खंडे खप्पर वाली मां इन्ना कर्म कमा, खंडे खप्पर वाली मां इन्ना कर्म कमा, महिषासुर द्रुमलोचन को भी तूने मार मुकाया, देवताओं की सुनकर बिनती सबका किया सवाया, करोना राक्षस नु मां काली, करोना राक्षस नू मां काली खंडा मार मुका, खंडे खप्पर वाली मां इन्ना कर्म कमा, खंडे खप्पर वाली मां इन्ना कर्म कमा, बड़े बड़े राक्षस तुम्हारे करोना नू मगरों ला, खंडे खप्पर वाली मां इन्ना कर्म कमा, काली भद्र काली माँ इन्ना कर्म कमा, काली भद्र काली माँ इन्ना कर्म कमा। जय माता दी, जय माता दी, जय माता दी। तो मैं चैनल भारत पंजाब ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਇੰਟਰਵਿਊ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤੇ ਮੇਰੇ ਨਾਲ मेरा सहयोग दिता। मैं ਤੁਹਾਡਾ भी सब का बहुत धन्यवाद करना। अगर मेरे से कोई किसी किस्म की कोई इसमें गलती हो गई हो तो मैं क्षमा चाहूँगा आप लोगों से। तो माता रानी इन्हां करोने तो सब नूं छुटकारा दे, सब दे कारोबार चलन जिस तरह पहले खुशियां दे विच भगत लोग संत लोग अपना गुणगान करते सी, दुनिया के कारोबार चलते सी। महारानी इहो जी किरपा कर दे। जय माता दी, जय माता दी, जय माता दी। ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਹੈ ਕਿ ਮਿਊਜ਼ਿਕ ਇੰਡਸਟਰੀ ਇਸ ਮਾਹੌਲ ਦੇ ਵਿੱਚ ਕਿੰਨੀ ਕੁ ਤਕਲੀਫਾਂ ਸਹਿ ਰਹੀ ਹੈ, ਕਿਸ ਤਰ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ। ਜਿੱਥੇ ਕਿ ਰਮਨਾ ਜੀ ਵੱਲੋਂ ਦੱਸਿਆ ਗਿਆ ਕਿ ਇੱਕ ਜਦੋਂ ਕਾਰਿਆਕ੍ਰਮ ਆਯੋਜਿਤ ਕੀਤਾ ਜਾਂਦਾ ਹੈ ਤੇ ਉਸ ਦੌਰਾਨ
ਕਿੰਨੇ ਪਰਿਵਾਰਾਂ ਦਾ ਢਿੱਡ ਪਲਦਾ ਹੈ। ਤੇ ਉਹੀ ਸਰਕਾਰ ਵੱਲੋਂ ਉਹਨਾਂ ਨੂੰ ਗੁਹਾਰ ਲਾਈ ਜਾ ਰਹੀ ਹੈ ਕਿ ਮਿਊਜ਼ਿਕ ਇੰਡਸਟਰੀ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਇਹ ਸਾਡੀ ਜ਼ਿੰਦਗੀ ਦਾ ਬਹੁਤ ਹੀ ਇੱਕ ਖਾਸ ਮਹੱਤਵ ਰੱਖਦੀ ਹੈ ਤੇ ਸਰਕਾਰ ਨੂੰ ਇੱਕ ਇਹਨਾਂ ਵੱਲੋਂ ਇੱਕ ਗੁਹਾਰ ਹੈ ਕਿ ਇਸ ਵਰਗ ਬਾਰੇ ਵੀ ਵਿਚਾਰ ਕੀਤਾ ਜਾਵੇ ਤਾਂ ਜੋ ਜਿਹੜੇ ਇੰਨੇ ਪਰਿਵਾਰਾਂ ਦੇ ਢਿੱਡ ਪਲ ਰਹੇ ਆ ਸਮਾਨਿਕ ਰੂਪ ਨਾਲ ਜਿਸ ਤਰ੍ਹਾਂ ਪਹਿਲੇ ਚੱਲ ਰਹੇ ਸੀ ਉਸ ਤਰ੍ਹਾਂ ਹੀ ਚੱਲਦੇ ਰਹਿਣ। ਪ੍ਰੋਗਰਾਮ ਇੱਕ ਮੁਲਾਕਾਤ ਦੇ ਵਿੱਚ ਮੈਂ ਨਿਤਿਸ਼ ਸੱਭਰਵਾਲ, ਕੈਮਰਾਮੈਨ ਸੁਨੀਲ ਦੇ ਨਾਲ, ਭਾਰਤ ਟਾਈਮਜ਼ ਪੰਜਾਬ, ਅੰਮ੍ਰਿਤਸਰ।